ਕਿ ਜਿੰਨੀ ਫੋਰਸ ਸਰਕਾਰ ਨੇ ਲਾ ਦਿੱਤੀ ਸੰਗਰੂਰ ਦੇ ਵਿੱਚ ਮਾਹੌਲ ਕਿੰਨਾ ਕੁ ਤੁਹਾਨੂੰ ਆਪਣੇ ਪੱਖ ਦੇ ਵਿੱਚ ਨਜ਼ਰ ਆ ਰਿਹਾ? 100% ਪੋਜ਼ਿਟਿਵ ਮਾਹੌਲ ਹੈ। ਕਾਂਗਰਸ ਇਹ ਲਗਾਤਾਰ ਕਹਿ ਰਹੀ ਹੈ, ਕਹਿੰਦੇ ਆਮ ਆਦਮੀ ਪਾਰਟੀ ਡਰੀ ਹੋਈ ਹੈ। ਸਿਪਾ ਸਲਾਰ ਸਾਰੇ ਇੱਕੋ ਜਗ੍ਹਾ ਇੱਕੋ ਸ਼ਹਿਰ ਦੇ ਵਿੱਚ ਇੱਕੋ ਜ਼ਿਲ੍ਹੇ ਦੇ ਵਿੱਚ ਭੇਜ ਦਿੱਤੇ, ਉਹਨਾਂ ਨੂੰ ਲੱਗ ਰਿਹਾ ਕਿ ਜ਼ਮੀਨ ਨਿਕਲ ਗਈ ਪੈਰਾਂ ਥੱਲੇ। ਦੁਆਬੇ ਤੋਂ ਪਿਛਲੀ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਵੀ ਆਉਂਦੇ ਸੀਗੇ, ਸੁੰਦਰ ਸ਼ਾਮ ਅਰੋੜਾ। ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਸਿਆਸੀ ਸਫਾਂ ਦੇ ਵਿੱਚ, ਸਰਕਾਰ ਉਹਨਾਂ ਦੇ ਪਿੱਛੇ ਵੀ ਲੱਗੀ ਹੈ, ਇਨਕੁਆਇਰੀਆਂ ਕੁਝ ਉਹਨਾਂ ਦੀ ਵੀ ਹੋ ਰਹੀਆਂ ਨੇ। ਥੋੜਾ ਜਿਹਾ ਰੌਸ਼ਨੀ ਪਾਓ, ਕਾਹਦੀ ਇਨਕੁਆਇਰੀਆਂ ਕਰਾ ਰਹੇ ਹੋ? ਇਹ ਸਾਰੇ ਜਿਹੜੇ ਆ ਆਲਮੋਸਟ ਮੈਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਵੱਡੇ ਘੁਟਾਲਿਆਂ 'ਚ ਸ਼ਾਮਿਲ ਸੀਗੇ। ਅਗਰ ਸਹੀ ਉਪਯੋਗ ਲੋਕਡਾਊਨ ਦਾ ਉਸ ਵੇਲੇ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ ਤੇ ਸੁੰਦਰ ਸ਼ਾਮ ਅਰੋੜਾ ਜੀ ਨੇ ਕੀਤੀ ਵੀ ਇਹ ਤਾਂ ਕਰੋਨਾ ਮੈਨੂੰ ਬਹੁਤ ਵਧੀਆ ਰਿਹਾ। ਉਹ ਕਿਸ ਤਰ੍ਹਾਂ? ਉਸ ਵੇਲੇ ਦੇ ਮੌਜੂਦਾ ਐਡਵੋਕੇਟ ਜਨਰਲ ਨੇ ਉਹਨਾਂ ਦੀ ਸਰਕਾਰ ਦੇ ਨੇ ਕਿਹਾ ਵਿੱਚ ਸਿੱਧੇ ਸਰਕਾਰ ਨੂੰ ਤਕਰੀਬਨ 165 ਕਰੋੜ ਰੁਪਏ ਦਾ ਨੁਕਸਾਨ ਹੋਇਆ, ਮਤਲਬ ਕਿ ਪੌਣੇ 2 ਅਰਬ ਰੁਪਏ ਦਾ ਨੁਕਸਾਨ। ਬ੍ਰਹਮ ਸ਼ੰਕਰ ਜਿੰਪਾ ਗਏ ਨਹੀਂ ਸੀਐਮ ਦੇ ਕੋਲੇ ਵੀ ਕਰਾਓ ਸਰ ਇਨਕੁਆਇਰੀ? ਇਹ ਤੁਸੀਂ ਕਹਿ ਰਹੇ ਹੋ ਕਿ ਸੁੰਦਰ ਸ਼ਾਮ ਅਰੋੜਾ ਈਡੀ ਤੋਂ ਡਰਦੇ ਬੀਜੇਪੀ 'ਚ ਗਏ, ਇਹ ਕਹਿ ਰਹੇ? ਬਿਲਕੁਲ ਡੈਫੀਨੇਟਲੀ ਕਹਿ ਰਹੇ ਈਡੀ ਤੋਂ ਡਰਦੇ ਗਏ ਸਾਰੇ। ਫਿਰ ਇਹਨੂੰ ਮੰਨਿਆ ਕੀ ਜਾਏ, ਮਤਲਬ ਜਿਹੜੇ ਬੀਜੇਪੀ 'ਚ ਚਲੇ ਗਏ ਆ ਉਹਨਾਂ ਦੀ ਇਨਕੁਆਇਰੀਆਂ ਹੋਣਗੀਆਂ? ਬਿਲਕੁਲ ਹੋਊਗੀਆਂ, ਪੰਜਾਬ ਸਰਕਾਰ ਤਾਂ ਕਰੂਗੀ, ਈਡੀ ਕਰੇ ਨਾ ਕਰੇ। ਚੋਣ ਪ੍ਰਚਾਰ ਖਤਮ ਹੋਣ ਨੂੰ ਕੁਝ ਹੀ ਘੰਟੇ ਬਾਕੀ ਬਚੇ ਨੇ। ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਸੰਗਰੂਰ ਹਲਕੇ ਦੇ ਵਿੱਚ ਝੋਂਕ ਦਿੱਤੀ ਹੈ। ਲਗਭਗ ਸਾਰੇ ਕੈਬਨਿਟ ਮੰਤਰੀ ਸੰਗਰੂਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਕੈਂਪੇਨ ਕਰ ਰਹੇ ਨੇ। ਸਾਡੇ ਨਾਲ ਬ੍ਰਹਮ ਸ਼ੰਕਰ ਜਿੰਪਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੌਜੂਦ ਨੇ। ਉਹਨਾਂ ਦੇ ਨਾਲ ਕੈਂਪੇਨ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਇਹ ਵੀ ਪੁੱਛਾਂਗੇ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਆਖੀ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਰਹੇ ਸਾਰੇ ਕੈਬਨਿਟ ਮੰਤਰੀਆਂ ਵੱਲੋਂ ਕੀਤੇ ਫੈਸਲਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਦੇ ਵਿੱਚ ਸਵਾਲ ਦੁਆਬੇ ਦੇ ਇੱਕ ਹੋਰ ਲੀਡਰ ਤੇ ਵੀ ਉੱਠ ਰਿਹਾ ਹੈ, ਉਸ ਨੂੰ ਲੈ ਕੇ ਸਰਕਾਰ ਦੀਆਂ ਸਫਾਂ ਦੇ ਵਿੱਚ ਕੀ ਚੱਲ ਰਿਹਾ ਹੈ। ਬ੍ਰਹਮ ਸ਼ੰਕਰ ਜਿੰਪਾ ਹੋਣਾ ਨੂੰ ਦੇ ਨਾਲ ਇਸ ਬਾਰੇ ਵੀ ਗੱਲਬਾਤ ਕਰਾਂਗੇ। ਬ੍ਰਹਮ ਸ਼ੰਕਰ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿੰਨੀ ਫੋਰਸ ਸਰਕਾਰ ਨੇ ਲਾ ਦਿੱਤੀ ਸੰਗਰੂਰ ਦੇ ਵਿੱਚ ਮਾਹੌਲ ਕਿੰਨਾ ਕੁ ਤੁਹਾਨੂੰ ਆਪਣੇ ਪੱਖ ਦੇ ਵਿੱਚ ਨਜ਼ਰ ਆ ਰਿਹਾ? 100% ਪੋਜ਼ਿਟਿਵ ਮਾਹੌਲ ਹੈ। ਲੋਕ ਸਿਰਫ 23 ਤਰੀਕ ਦੀ ਵੇਟ ਕਰ ਰਹੇ ਆ। ਜਿੱਦਾਂ 2 ਵਾਰੀ ਲੋਕਾਂ ਨੇ ਮਾਨ ਸਾਹਿਬ ਨੂੰ ਪਾਰਲੀਮੈਂਟ 'ਚ ਭੇਜਿਆ ਸੀ, ਮਾਨਯੋਗ ਮੁੱਖ ਮੰਤਰੀ ਜੀ ਨੂੰ, ਉੱਦਾਂ ਹੀ ਲੋਕ ਉਨੇ ਹੀ ਪਿਆਰ ਦੇ ਨਾਲ, ਉਸ ਤੋਂ ਵੀ ਵੱਧ ਵੋਟਾਂ ਦੇ ਨਾਲ ਗੁਰਮੇਲ ਸਿੰਘ ਸਰਪੰਚ ਨੂੰ, ਇੱਕ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਦੀ ਔਰ ਭਗਵੰਤ ਮਾਨ ਜੀ ਦੀ ਜੋੜੀ ਦੀ, ਇੱਕ ਜ਼ਮੀਨੀ ਸਰਪੰਚ ਸਭ ਤੋਂ ਹਾਈ ਪੰਚਾਇਤ ਦੇ ਵਿੱਚ ਜਾ ਰਿਹਾ, ਵੱਡੀ ਪੰਚਾਇਤ ਦੇ ਵਿੱਚ। ਕਾਂਗਰਸ ਇਹ ਲਗਾਤਾਰ ਕਹਿ ਰਹੀ ਹੈ, ਕਹਿੰਦੇ ਆਮ ਆਦਮੀ ਪਾਰਟੀ ਡਰੀ ਹੋਈ ਹੈ, ਇਸ ਲਈ ਉਹਨਾਂ ਨੇ ਇੰਨੇ ਆਪਣੇ ਸਿਪਾ ਸਲਾਰ ਸਾਰੇ ਇੱਕੋ ਜਗ੍ਹਾ ਇੱਕੋ ਸ਼ਹਿਰ ਦੇ ਵਿੱਚ ਇੱਕੋ ਜ਼ਿਲ੍ਹੇ ਦੇ ਵਿੱਚ ਭੇਜ ਦਿੱਤੇ, ਉਹਨਾਂ ਨੂੰ ਲੱਗ ਰਿਹਾ ਕਿ ਜ਼ਮੀਨ ਨਿਕਲ ਗਈ ਪੈਰਾਂ ਥੱਲੇ। ਕਾਂਗਰਸ ਆਪਣਾ ਆਪ ਬਚਾ ਲਵੇ ਪੰਜਾਬ ਦੇ ਵਿੱਚ, ਇਹੀ ਬਹੁਤ ਵੱਡੀ ਗੱਲ ਹੈ। ਕਾਂਗਰਸ ਨੂੰ ਤਾਂ ਕੈਂਡੀਡੇਟ ਵੀ ਨਹੀਂ ਸੀ ਇੱਥੇ ਮਿਲਦਾ ਪਿਆ। ਔਰ ਸੈਕੰਡ ਗੱਲ ਹੈ ਕਿ ਕਾਂਗਰਸ ਨੂੰ ਇਹ ਸੋਚਣਾ ਚਾਹੀਦਾ ਵੀ ਉਹਨਾਂ ਦੇ ਕਿੰਨੇ ਕੁ ਮੰਤਰੀ ਜਿਹੜੇ ਆ ਹੋਰ ਜਾ ਕੇ ਉਹਨਾਂ ਦੇ ਖਿਲਾਫ ਜਿਹੜੇ ਇਹਨਾਂ ਨੇ ਕਪਲੇ ਕੀਤੇ ਉਹ ਬੜੇ ਉਹਨਾਂ ਦਾ ਵੇਟ ਜਾਣ ਨੂੰ ਤਿਆਰ ਰਹਿਣ। ਔਰ ਸੈਕੰਡ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੇ 3 ਮਹੀਨੇ ਦੇ ਵਿੱਚ ਇਹ ਪ੍ਰੂਵ ਕਰ ਦਿੱਤਾ ਵੀ ਐਡੀ ਇਮਾਨਦਾਰੀ ਨਾਲ ਕੰਮ ਵੀ ਹੋ ਸਕਦਾ ਰਾਜਨੀਤੀ ਦੇ ਵਿੱਚ, ਅੱਜ ਦੀ ਰਾਜਨੀਤੀ ਦੇ ਵਿੱਚ। ਜਿੰਪਾ ਜੀ, ਤੁਸੀਂ ਘਪਲਿਆਂ ਦਾ ਜ਼ਿਕਰ ਕੀਤਾ। ਮੈਂ ਕੱਲ ਭਗਵੰਤ ਮਾਨ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦੇ ਪਿਛਲੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਹੈ, ਉਹਨਾਂ ਦੇ ਵੱਲੋਂ ਕਿਹੜੇ ਫੈਸਲੇ ਲਏ ਗਏ ਅਸੀਂ ਸਾਰਿਆਂ ਦੀ ਇਨਕੁਆਇਰੀ ਕਰਵਾ ਰਹੇ ਹਾਂ, ਸਾਰਿਆਂ ਦੀ ਜਾਂਚ ਕਰਵਾ ਰਹੇ ਹਾਂ। ਤੁਸੀਂ ਦੁਆਬੇ ਤੋਂ ਆਉਂਦੇ ਨੇ, ਦੁਆਬੇ ਤੋਂ ਪਿਛਲੀ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਵੀ ਆਉਂਦੇ ਸੀਗੇ, ਸੁੰਦਰ ਸ਼ਾਮ ਅਰੋੜਾ। ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਸਿਆਸੀ ਸਫਾਂ ਦੇ ਵਿੱਚ, ਸਰਕਾਰ ਉਹਨਾਂ ਦੇ ਪਿੱਛੇ ਵੀ ਲੱਗੀ ਹੈ, ਇਨਕੁਆਇਰੀਆਂ ਕੁਝ ਉਹਨਾਂ ਦੀ ਵੀ ਹੋ ਰਹੀਆਂ ਨੇ। ਥੋੜਾ ਜਿਹਾ ਰੌਸ਼ਨੀ ਪਾਓ, ਕਾਹਦੀ ਇਨਕੁਆਇਰੀਆਂ ਕਰਾ ਰਹੇ ਹੋ? ਦੇਖੋ, ਇਹ ਜਿਹੜਾ ਕੈਪਟਨ ਸਾਹਿਬ ਦੇ ਵੇਲੇ ਮੰਤਰੀ ਮੰਡਲ ਸੀਗਾ, ਉਸ ਤੋਂ ਬਾਅਦ ਚੰਨੀ ਸਾਹਿਬ ਤਾਂ 3 ਮਹੀਨੇ ਲਏ, ਮੰਤਰੀ ਮੰਡਲ ਤਾਂ ਉਹੀ ਵਿੱਚ ਰਿਹਾ ਕਾਫੀ। ਇਹ ਸਾਰੇ ਜਿਹੜੇ ਆ ਆਲਮੋਸਟ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਵੱਡੇ ਘੁਟਾਲਿਆਂ 'ਚ ਸ਼ਾਮਿਲ ਸੀਗੇ। ਔਰ ਸਾਧੂ ਸਿੰਘ ਧਰਮਸੋਤ ਦਾ ਮਸਲਾ ਤੁਹਾਡੇ ਸਾਹਮਣੇ ਆ ਗਿਆ, ਉਹਦੇ ਨਾਲ ਹੋਰ ਵੀ ਮੰਤਰੀਆਂ ਦਾ ਆਇਆ ਹੁਸ਼ਿਆਰਪੁਰ ਦੇ। ਔਰ ਜਿਹੜਾ ਇਹ ਸੁੰਦਰ ਸ਼ਾਮ ਅਰੋੜਾ ਜੀ ਦਾ ਤੁਸੀਂ ਮਸਲਾ ਕਿਹਾ, ਇੱਕ JCT ਇਲੈਕਟ੍ਰੋਨਿਕ ਸੀਗੀ ਜਿਹਦਾ ਇਹਨਾਂ ਨੇ ਲੋਕਡਾਊਨ ਦਾ ਬਹੁਤ, ਅਗਰ ਸਹੀ ਉਪਯੋਗ ਲੋਕਡਾਊਨ ਦਾ ਉਸ ਵੇਲੇ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ ਤੇ ਸੁੰਦਰ ਸ਼ਾਮ ਅਰੋੜਾ ਜੀ ਨੇ ਕੀਤੀ ਵੀ ਇਹ ਤਾਂ ਕਰੋਨਾ ਮੈਨੂੰ ਬਹੁਤ ਵਧੀਆ ਰਿਹਾ। ਉਹ ਕਿਸ ਤਰ੍ਹਾਂ?
ਉਹ ਇਹਨਾਂ ਨੇ ਉਸ ਵੇਲੇ ਜੀਸੀਟੀ ਇਲੈਕਟ੍ਰੋਨਿਕ ਦੀ ਤਕਰੀਬਨ 32 ਕੁ ਏਕੜ ਜਗ੍ਹਾ ਜਿਹੜੀ ਹੈ ਜਿਹੜੀ ਮੋਹਾਲੀ ਹਾਰਟ ਦੇ ਵਿੱਚ ਪਈ ਸੀ, ਉਹਦੇ ਵਿੱਚ ਇਹਨਾਂ ਨੇ ਲੋਕਡਾਊਨ ਦੇ ਡਿਊਰਿੰਗ ਹੀ ਆਪਣੀ ਇੱਕ ਫਰਮ ਬਣਾ ਕੇ ਉਹਦੇ ਨਾਂ ਕਰਾ ਦਿੱਤੀ ਸੀ। ਉਹਦੀ ਪਲਾਟਿੰਗ ਕਰਕੇ ਵੈਬਸਾਈਟ ਲਾਂਚ ਕਰਤੀ, ਉਹ ਕਰਾਈ ਵੀ ਆਪਣੇ ਪਰਿਵਾਰ ਦੇ ਵਿੱਚ ਬੰਦਿਆਂ ਦੇ ਨਾਂ ਦੇ ਉੱਤੇ। ਔਰ ਸਭ ਤੋਂ ਵੱਡੀ ਗੱਲ ਸੀ ਉਹਦੀ ਮਿਨੀਮਮ ਰਾਸ਼ੀ ਜਿਹੜੀ ਸੀ 96 ਕਰੋੜ ਰੁਪਏ ਜਾਂ 92 ਕਰੋੜ ਰੁਪਏ ਜਮ੍ਹਾਂ ਹੋਣੀ ਸੀ, ਇਹਨਾਂ ਨੇ 45 ਕਰੋੜ ਰੁਪਏ ਦੇ ਕੇ ਹੀ ਆਪਣੇ ਨਾਂ ਤੇ ਕਰਾ ਲਈ। ਔਰ ਉਸ ਵੇਲੇ ਦੀ ਜਿਹੜਾ ਡਿਪਾਰਟਮੈਂਟ ਸੀਗਾ ਉਹਨਾਂ ਨੇ ਉੱਤੇ ਪੋਸਟ ਫੈਕਟੋ ਲਿਖ ਕੇ ਇਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਹੈਗੀ ਹੈ। ਬਟ ਜਦੋਂ ਇਹ ਮਸਲਾ ਉੱਠ ਗਿਆ, ਕਿਹੜੇ ਡਿਪਾਰਟਮੈਂਟ ਨੇ ਕਲੀਅਰ ਕੀਤਾ? ਇੰਡਸਟਰੀ ਡਿਪਾਰਟਮੈਂਟ ਤੋਂ ਸੀਗੀ ਉਸ ਵੇਲੇ ਇਹ, ਉਹਨਾਂ ਨੇ ਇੰਡਸਟਰੀ ਡਿਪਾਰਟਮੈਂਟ ਦੇ ਮਿਨਿਸਟਰ ਸੀਗੇ ਇਹ, ਤੇ ਉਹ ਇੰਡਸਟਰੀ ਡਿਪਾਰਟਮੈਂਟ ਇਹਨਾਂ ਨੇ ਉਸ ਚੀਜ਼ ਦਾ ਪੂਰਾ ਜਿਹਨੂੰ ਕਹਿੰਦੇ ਆ ਦੁਰਉਪਯੋਗ ਕੀਤਾ। ਇਹਦਾ ਹੁਣ ਸਰਕਾਰ ਕਿਹੜੀ ਇਨਕੁਆਇਰੀ ਕਰਾ ਰਹੀ ਹੈ? ਡਿਪਾਰਟਮੈਂਟਲ ਇਨਕੁਆਇਰੀ ਹੋ ਰਹੀ ਆ ਜਾਂ ਵਿਜੀਲੈਂਸ ਇਨਕੁਆਇਰੀ ਕਰਵਾ ਰਹੇ ਆ? ਚੱਲ ਕੀ ਰਿਹਾ? ਦੇਖੋ, ਮਾਨ ਸਾਹਿਬ, ਮਾਨਯੋਗ ਮੁੱਖ ਮੰਤਰੀ ਜੀ ਬਹੁਤ ਇਮਾਨਦਾਰੀ ਦੇ ਨਾਲ ਸਾਰੇ ਜਿੱਥੇ ਉਹਨਾਂ ਕੋਲ ਫਾਈਲ ਆ ਰਹੀ ਹੈ, ਹਰੇਕ ਆ ਰਹੀ ਹੈ, ਉਹਦੇ ਤੇ ਵਿਜੀਲੈਂਸ ਇਨਕੁਆਇਰੀ ਦੀ ਲੋੜ ਪੈਗੀ। ਉਸ ਵੇਲੇ ਵੀ ਇਨਕੁਆਇਰੀ ਉੱਤੇ, ਕਿਉਂਕਿ ਸਰਕਾਰ ਉਹਨਾਂ ਦੀ ਸੀਗੀ, ਤੇ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇਹ ਸੀ ਵੀ ਉਸ ਵੇਲੇ ਦੇ ਮੌਜੂਦਾ ਐਡਵੋਕੇਟ ਜਨਰਲ ਨੇ ਇਹ ਕਿਹਾ, ਉਸ ਵੇਲੇ ਦੇ ਮੌਜੂਦਾ ਐਡਵੋਕੇਟ ਜਨਰਲ ਨੇ ਉਹਨਾਂ ਦੀ ਸਰਕਾਰ ਦੇ ਨੇ ਇਹ ਕਿਹਾ ਵਿੱਚ ਸਿੱਧੇ ਸਰਕਾਰ ਨੂੰ ਤਕਰੀਬਨ 165 ਕਰੋੜ ਰੁਪਏ ਦਾ ਨੁਕਸਾਨ ਹੋਇਆ, ਮਤਲਬ ਕਿ ਪੌਣੇ 2 ਅਰਬ ਰੁਪਏ ਦਾ ਨੁਕਸਾਨ ਉਹਨਾਂ ਦੇ ਐਡਵੋਕੇਟ ਜਨਰਲ ਨੇ ਕਿਹਾ। ਇਹ ਉਹਨਾਂ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਉਹਨਾਂ ਦੀ ਕਿਹਾ, ਅਤੁਲ ਨੰਦਾ ਨੇ ਕਿਹਾ ਸੀ ਇਹ ਕਿੱਥੇ ਔਨ ਰਿਕਾਰਡ ਕਹੀ ਹੋਈ ਗੱਲ ਹੈ? ਔਨ ਰਿਕਾਰਡ ਕਹੀ ਗੱਲ ਹੈ, ਔਨ ਕੋਰਟ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ। ਔਰ ਵੱਡੀ ਮਜ਼ੇਦਾਰ ਗੱਲ ਹੈ ਵੀ ਇਹ ਜਿਹੜਾ ਔਨ ਰਿਕਾਰਡ ਕਹੀ ਉਹ ਗੱਲ ਨੂੰ ਵੀ ਉਸ ਵੇਲੇ ਖਾਰਿਜ ਕੈਪਟਨ ਸਾਹਿਬ ਨੇ, ਉਸ ਵੇਲੇ ਸਰਕਾਰ ਨੇ ਲੀਪਾ ਪੋਤੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹੋ ਸਕਦਾ ਉਹ 'ਚ ਪਤਾ ਨਹੀਂ ਕਿੰਨੇ ਕੁ ਬੰਦੇ ਨਾਲ ਹੋਣੇ ਆ। 145 ਕਰੋੜ, 162 ਕਰੋੜ ਰੁਪਏ ਦਾ ਉਹਨਾਂ ਨੇ ਕਿਹਾ ਸੀ, ਸਿੱਧਾ ਸਰਕਾਰ ਨੂੰ ਲਾਸ ਹੋਇਆ। ਦੂਸਰੀ ਇਹ ਚੀਜ਼ ਕਿ ਜਿਹੜਾ ਅਤੁਲ ਨੰਦਾ ਹੋਣਾ ਦੀ ਸਟੇਟਮੈਂਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਚੀਜ਼ ਮੈਂ ਹੋਰ ਜਾਨਣਾ ਚਾਹੁੰਦਾ, ਫਿਰ ਇਹਦੀ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ? ਥੋੜਾ ਜਿਹਾ ਕਲੀਅਰ ਕਰੋ ਇਸ ਚੀਜ਼, ਇਹਦੀ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ? ਔਰ ਦੂਸਰੀ ਗੱਲ ਇਹ ਕਿ ਜਿਹੜੀ ਅਤੁਲ ਨੰਦਾ ਉਹਨਾਂ ਨੇ ਕੋਰਟ ਦੇ ਵਿੱਚ ਸਟੇਟਮੈਂਟ ਕੀਤੀ, ਕੀ ਇਹ ਮੈਟਰ ਆਲਰੇਡੀ ਸਬ ਜੁਡਿਸ ਹੈ? ਬਿਲਕੁਲ ਡੈਫੀਨੇਟਲੀ ਦੀ ਮੇਰਾ ਖਿਆਲ ਹੈ ਵੀ ਇਹਦੀ ਹਾਈ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ, ਤੇ ਹਾਈ ਕੋਰਟ ਦੇ ਇਹਦਾ ਕੋਈ ਅਗਲੇ ਮਹੀਨੇ ਦੀ ਜੁਲਾਈ ਦੀ ਡੇਟ ਦੱਸ ਰਹੇ ਆ, ਔਰ ਡੈਫੀਨੇਟਲੀ ਇਹ ਕੋਰਟ ਇੱਥੇ ਬੜਾ ਅੱਛਾ ਫੈਸਲਾ ਲਏਗੀ ਇਹਨਾਂ ਦੇ ਖਿਲਾਫ। ਇਹ ਜੀਸੀਟੀ ਇਲੈਕਟ੍ਰੋਨਿਕਸ ਹੈ ਕੀ ਸੀਗਾ? ਇਹ ਇੱਕ ਜੀਸੀਟੀ ਇਲੈਕਟ੍ਰੋਨਿਕ, ਜੀਸੀਟੀ ਜਦੋਂ ਇਲੈਕਟ੍ਰੋਨਿਕ ਕੰਪਨੀ ਬਹੁਤ ਬੜੀ ਸੀ, ਉਸ ਵੇਲੇ ਦੀ ਸਰਕਾਰ ਨੇ ਤਕਰੀਬਨ 1985-86 ਚ ਮੈਂ ਕਹਿ ਸਕਦਾ ਉਹ ਜਗ੍ਹਾ ਅਲਾਟ ਹੋਈ ਸੀ ਇੰਡਸਟਰੀ ਡਿਪਾਰਟਮੈਂਟ ਵੱਲੋਂ। ਔਰ ਉਹਦੀ ਸਰਕਾਰ, ਕਿਉਂਕਿ ਜਗ੍ਹਾ ਜਦੋਂ ਕੋਈ ਇੰਡਸਟਰੀ ਬੰਦ ਹੋ ਜਾਂਦੀ ਹੈ, ਇੱਕ ਮਿਨੀਮਮ ਕੀਮਤ ਪਾ ਲੈਂਦੀ ਹੈ ਲੈਂਡ ਦੀ, ਔਰ ਉਹਦੀ ਕੀਮਤ ਜਿਹੜੀ 92 ਕਰੋੜ ਰੁਪਏ ਦੇ ਉੱਤੇ ਉਸ ਵੇਲੇ ਪਾਈ ਸੀ ਸਰਕਾਰ ਨੇ। ਤਾਂ ਉਹ ਜਾ ਕੇ ਅੱਜ ਬਾਜ਼ਾਰੀ ਕੀਮਤ ਤੁਸੀਂ ਲਾ ਲਓ ਵੀ 500-700 ਕਰੋੜ ਰੁਪਏ ਤੋਂ ਘੱਟ ਨਹੀਂ ਹੋਣੀ, ਤੇ ਮਿਨੀਮਮ ਬਾਜ਼ਾਰੀ ਕੀਮਤਾਂ ਤਾਂ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੀ ਹੈ। ਮੋਹਾਲੀ 'ਚ ਜਗ੍ਹਾ ਵੀ ਨਹੀਂ, ਕੈਲਕੂਲੇਟ ਮਾਰਕੀਟ ਰੇਟ ਦੇ ਨਾਲ ਹੀ ਹੁੰਦੀ ਹੈ ਜੋ ਕਰੰਟ ਮਾਰਕੀਟ ਰੇਟ ਹੁੰਦਾ? ਨਹੀਂ, ਉਹ ਤਾਂ ਹਾਲ ਤੱਕ ਆਇਆ ਹੀ ਨਹੀਂ, ਉਹਦੇ ਨਾਲ ਕਰਾਓ ਤਾਂ ਪਤਾ ਨਹੀਂ ਕਿੰਨੇ ਦੀ ਬਣਨੀ ਹੈ, ਇਸ ਤੋਂ ਘੱਟ ਨਹੀਂ ਬਣਨੀ, ਜਿੰਨੀ ਕਿ ਤੁਹਾਨੂੰ ਦੱਸ ਰਿਹਾ ਉਸ ਤੋਂ ਜ਼ਿਆਦਾ ਹੋ ਸਕਦੀ ਹੈ। ਕਿਉਂਕਿ ਇਹਨਾਂ ਨੇ ਉਸ ਵੇਲੇ ਉਹਨੂੰ ਜਿਹੜਾ ਕਹਿੰਦੇ ਜੋ ਦੱਸਦੇ ਆ, ਇਹਨੇ ਇੱਕ ਵੈਬਸਾਈਟ ਲਾਂਚ ਕੀਤੀ, ਉਹਦੇ ਵਿੱਚ ਇਹਨਾਂ ਨੇ ਉਹਦਾ 31-32 ਹਜ਼ਾਰ ਰੁਪਇਆ ਗਜ ਦੇ ਰੇਟ ਦੇ ਨਾਲ ਉਹਨੂੰ ਇੰਡਸਟਰੀ ਡਿਪਾਰਟਮੈਂਟ ਨੇ ਵੱਖਰੀ ਵੈਬਸਾਈਟ ਲਾਂਚ ਕਰਕੇ ਉਹਦੇ ਤੇ ਉਹਦਾ ਇੰਡਸਟਰੀ ਡਿਪਾਰਟਮੈਂਟ ਨੇ ਇਹਨਾਂ ਦੀ ਜਿਹੜਾ ਗਰੁੱਪ ਨੇ ਲਈ। ਅੱਛਾ, ਜਿਹੜੀ ਫਰਮ ਖੜੀ ਕੀਤੀ ਗਈ, ਉਹਦਾ ਨਾਮ ਕੀ ਫਰਮ ਦਾ ਮੈਨੂੰ ਹੁਣ ਪ੍ਰੋਪਰ ਯਾਦ ਨਹੀਂ, ਬਟ ਤੁਹਾਡੇ ਕੋਲ ਸਾਰੇ ਇੰਡੀਅਨ ਐਕਸਪ੍ਰੈਸ ਵਰਗੀਆਂ ਵੱਡੀਆਂ ਅਖਬਾਰਾਂ ਨੇ ਇਹਦੀ ਕਵਰੇਜ ਦਿੱਤੀ, ਔਰ ਇਹ ਵੱਡੀ ਖਬਰ ਸੀਗੀ ਉਸ ਵੇਲੇ ਦੇ ਪੰਜਾਬ ਦੇ ਵਿੱਚ। ਹੁਣ ਇਹਦੀ ਇਨਕੁਆਇਰੀ ਕੀਤੀ ਜਾ ਰਹੀ ਹੈ? ਬਿਲਕੁਲ ਡੈਫੀਨੇਟਲੀ ਸਰਕਾਰ ਜੇ ਵੱਖ-ਵੱਖ ਸਾਰੇ ਡਿਪਾਰਟਮੈਂਟ ਇਨਕੁਆਇਰੀ ਕਰ ਰਹੀ ਹੈ ਤਾਂ ਮਾਨਯੋਗ ਮੁੱਖ ਮੰਤਰੀ ਜੀ ਡੈਫੀਨੇਟਲੀ ਇੱਥੇ ਵੀ ਇਨਕੁਆਇਰੀ ਕਰਾਊਗੇ, ਜ਼ਰੂਰ ਕਰਾਊਗੇ। ਬ੍ਰਹਮ ਸ਼ੰਕਰ ਜਿੰਪਾ ਗਏ ਨਹੀਂ ਸੀਐਮ ਦੇ ਕੋਲੇ ਵੀ ਕਰਾਓ ਸਰ ਇਨਕੁਆਇਰੀ ਜੇ, ਕਿਉਂਕਿ ਉਹ ਕਹਿੰਦੇ ਕਿ ਅਸੀਂ ਛੋਟੇ ਜਿਹੇ ਕਰਪਸ਼ਨ ਦੇ ਕੇਸ ਤੇ ਆਪਣੇ ਮੰਤਰੀ ਨੂੰ ਜੇਲ੍ਹ ਭੇਜ ਦਿੰਦੇ ਆ, ਤੇ ਫਿਰ ਜੇ ਤੁਸੀਂ ਪੌਣੇ 200 ਕਰੋੜ ਰੁਪਇਆ ਤੁਸੀਂ ਕਲੇਮ ਕਰ ਰਹੇ ਹੋ ਤੇ ਫਿਰ ਇਹ ਤੇ ਬਹੁਤ ਸੀਰੀਅਸ ਇਸ਼ੂ ਹੈਗਾ। ਉਹ ਡੈਫੀਨੇਟਲੀ ਹੋਏਗੀ ਮੁੱਖ ਮੰਤਰੀ ਜੀ, ਕਿਉਂਕਿ ਹਾਲ ਤਾਂ ਸਿਰਫ ਸਰਕਾਰ ਦਾ ਅਗਰ ਕਾਰਿਆਕਾਲ ਤਾਂ ਸਿਰਫ 80 ਕੁ ਦਿਨ ਦਾ ਹੈ ਨਾ ਜੀ। ਸਰਕਾਰ ਡਿਫਰੈਂਟ ਮੈਟਰ ਦੇ ਸਾਰੀਆਂ ਚੀਜ਼ਾਂ ਨੂੰ ਚੈੱਕ ਕਰ ਰਹੀ ਹੈ, ਇਹ ਵੀ ਮੁੱਖ ਮੰਤਰੀ ਜੀ ਉਹਦੇ ਵਿੱਚ ਹੈਗਾ, ਉਹ ਵੀ ਵਿਜੀਲੈਂਸ ਕਰ ਰਹੇ ਇਹਨੂੰ। ਇਸ ਨੂੰ ਲੈ ਕੇ ਪਾਰਟੀ ਦਾ ਨਜ਼ਰੀਆ ਕੀ ਹੈਗਾ ਵੀ ਹੁਣ ਬੀਜੇਪੀ 'ਚ ਚਲੇ ਗਏ? ਨਹੀਂ ਚਲੇ ਗਏ ਸਾਰੇ, ਈਡੀ ਤੋਂ ਇਹਨਾਂ ਨੂੰ ਈਡੀ ਦੀ ਲੈਟਰਸ ਵੀ ਸੀਗੀਆਂ। ਅੱਛਾ, ਇਹਨਾਂ ਨੇ ਦਬ ਕੇ ਰੱਖੀਆਂ, ਇਹਨਾਂ ਦੇ ਡਿਪਾਰਟਮੈਂਟ ਨੂੰ ਵੀ ਸੀਗੀਆਂ। ਇਹ ਜਿੰਨੇ ਆਪਾਂ ਦੇਖਦੇ ਪਏ ਆ, ਅੱਜ ਇੱਥੇ ਸੰਗਰੂਰ 'ਚ ਵੀ ਇਲੈਕਸ਼ਨ ਹੋ ਰਿਹਾ, ਇਹ ਕੋਈ ਕਹਿ ਸਕਦਾ ਵੀ ਬੀਜੇਪੀ ਦੇ ਕੈਡਰ ਦੇ ਕੈਂਡੀਡੇਟ ਹੈ? ਕਹਿ ਸਕਦੇ, ਜਿਹੜੀ ਕੈਡਰ ਬੇਸ ਪਾਰਟੀ ਕਹਿੰਦੀ। ਅੱਛਾ, ਇਹ ਤੁਸੀਂ ਕਹਿ ਰਹੇ ਹੋ ਕਿ ਸੁੰਦਰ ਸ਼ਾਮ ਅਰੋੜਾ ਈਡੀ ਤੋਂ ਡਰਦੇ ਬੀਜੇਪੀ 'ਚ ਗਏ, ਇਹ ਕਹਿ ਰਹੇ? ਬਿਲਕੁਲ ਡੈਫੀਨੇਟਲੀ ਕਹਿ ਰਹੇ, ਈਡੀ ਤੋਂ ਡਰਦੇ ਗਏ ਸਾਰੇ।
ਪਰ ਗਏ ਤੇ ਹੋਰ ਵੀ ਲੀਡਰ ਨੇ। ਨਹੀਂ, ਆਲਮੋਸਟ ਇਦਾਂ ਹੀ ਗਏ ਆ ਜੀ ਸਾਰੇ ਇਹ। ਸੈਂਟਰ ਸਰਕਾਰ ਦੀਆਂ ਇਹਨਾਂ ਨੂੰ ਪਤਾ ਆ ਵੀ ਜਦੋਂ ਇਹਨਾਂ ਦੀ ਖਿਚਾਈ ਹੋਣੀ ਹੈ ਇਹਨਾਂ ਕੇਸਾਂ 'ਚ ਬਚ ਨਹੀਂ ਸਕਦੇ। ਪੰਜਾਬ ਸਰਕਾਰ ਤਾਂ ਆਪਣੇ ਲੈਵਲ ਤੇ ਨਾ ਕਿਸੇ ਨੂੰ ਛੱਡੇਗੀ ਨਹੀਂ। ਇਹ ਬਚਾ ਲੈ ਗਏ ਸਾਰੇ ਲੀਡਰ। ਅੱਜ ਇਹਨਾਂ ਦੀ ਜਿਹੜੀ ਤੁਸੀਂ ਦੇਖਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਪਈਆਂ। ਫਿਰ ਇਹਨੂੰ ਮੰਨਿਆ ਕੀ ਜਾਏ, ਮਤਲਬ ਜਿਹੜੇ ਬੀਜੇਪੀ 'ਚ ਚਲੇ ਗਏ ਆ ਉਹਨਾਂ ਦੀ ਇਨਕੁਆਇਰੀਆਂ ਹੋਣਗੀਆਂ? ਬਿਲਕੁਲ ਹੋਊਗੀਆਂ, ਪੰਜਾਬ ਸਰਕਾਰ ਤਾਂ ਕਰੂਗੀ, ਈਡੀ ਕਰੇ ਨਾ ਕਰੇ। ਸੋ ਇਹ ਬ੍ਰਹਮ ਸ਼ੰਕਰ ਜਿੰਪਾ ਉਹਨਾਂ ਦੀ ਸਟੇਟਮੈਂਟ ਹੈ ਕਿ ਇਨਕੁਆਇਰੀ ਤੋਂ ਡਰਦੇ ਜਾਂ ਈਡੀ ਤੋਂ ਡਰਦੇ ਸੁੰਦਰ ਸ਼ਾਮ ਅਰੋੜਾ ਨੇ ਬੀਜੇਪੀ ਜੁਆਇਨ ਕੀਤੀ ਹੈ। ਪੌਣੇ 200 ਕਰੋੜ ਦੇ ਘਪਲਾ ਹੋਣ ਦਾ ਦਾਅਵਾ ਬ੍ਰਹਮ ਸ਼ੰਕਰ ਜਿੰਪਾ ਕਰ ਰਹੇ ਨੇ। ਸਰਕਾਰ ਇਨਕੁਆਇਰੀ ਕਰਦੀ, ਜੇ ਉਸ ਤੋਂ ਵਿੱਚੋਂ ਕੀ ਨਿਕਲਦਾ ਇਹ ਦੇਖਣਾ ਬਹੁਤ ਇੰਟਰਸਟਿੰਗ ਹੋਏਗਾ। ਪਰ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਖੇਮੇ ਦੇ ਵਿੱਚ ਹਲਚਲ ਜ਼ਰੂਰ ਮਚੀ ਹੋਈ ਹੈ ਕਿ ਬਹੁਤ ਸਾਰੇ ਲੀਡਰਾਂ ਦੀਆਂ, ਬਹੁਤ ਸਾਰੇ ਸਾਬਕਾ ਮੰਤਰੀਆਂ ਦੀਆਂ ਜਾਂ ਐਮਐਲਏਜ਼ ਦੀਆਂ ਫਾਈਲਾਂ ਸਰਕਾਰ ਖੋਲੀ ਬੈਠੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਸੰਗਰੂਰ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।